ਯਿਸੂ ਚਾਨਣ ਦੁਨੀਆ ਦਾ ਕਰਦਾ ਦੂਰ ਹਨੇਰੇ ਨੂੰ। ਅਸੀਂ ਸਿਜਦਾ ਕਰਦੇ ਹਾਂ ਹਰ ਸ਼ਾਮ ਸਵੇਰੇ ਨੂੰ। ਪ੍ਰਭੂ ਯਿਸੂ ਮਸੀਹ ਧਰਤੀ ਦੇ ਉੱਤੇ ਚਾਨਣ ਬਣ ਕੇ ਆਇਆ। ਉਹਨੇ ਦੁਨੀਆ ਨੂੰ ਹਨੇਰੇ ਵਿੱਚੋਂ ਕੱਢਿਆ, ਪਾਪਾਂ ਵਿੱਚੋਂ ਕੱਢਿਆ ਤੇ ਚਾਨਣ ਵਿੱਚ ਲੈ। ਉਹ ਤੁਹਾਨੂੰ ਵੀ ਇਹੀ ਕਹਿੰਦਾ ਕਿ ਤੁਸੀਂ ਜਿੱਦਾਂ ਮੈਂ ਜਗਤ ਦਾ ਚਾਨਣ ਆ, ਇੱਦਾਂ ਉਹ ਸਾਨੂੰ ਕਹਿੰਦਾ ਹੁਣ ਤੁਸੀਂ ਜਗਤ ਦੇ ਚਾਨਣ ਆ। ਜਿੱਦਾਂ ਮੈਂ ਲੋਕਾਂ ਨੂੰ ਹਨੇਰੇ ਵਿੱਚੋਂ ਕੱਢਿਆ, ਇੱਦਾਂ ਤੁਸੀਂ ਵੀ ਜਾਓ। ਜਾਣੀ ਆਪਣੇ ਚੇਲਿਆਂ ਨੂੰ ਕਹਿ ਰਿਹਾ ਕਿ ਤੁਸੀਂ ਵੀ ਦੁਨੀਆ ਦੇ ਵਿੱਚ ਜਾਓ ਤੇ ਹਨੇਰੇ ਵਿੱਚੋਂ ਕੱਢ ਕੇ ਲੋਕਾਂ ਨੂੰ ਚਾਨਣ ਵਿੱਚ ਲੈ ਕੇ ਆਓ। ਜਾਣੀ ਕਿ ਯਿਸੂ ਮਸੀਹ ਦੇ ਮਗਰ ਲਗਾਓ ਤੇ ਪ੍ਰਭੂ ਯਿਸੂ ਮਸੀਹ ਤੋਂ ਮੁਕਤੀ ਲੈ ਲਓ। ਸੋ ਆਓ ਸਾਰੇ ਰਲ ਕੇ ਇਸ ਗੀਤ ਦੇ ਨਾਲ ਹੋਰ ਆਪਾਂ ਸਿੱਖਦੇ ਹਾਂ ਕਿ ਆਪਾਂ ਪ੍ਰਭੂ ਦੀ ਉਹਦੇ ਜੀਵਨ ਬਾਰੇ ਹੋਰ ਕਿੱਦਾਂ ਸਿੱਖ ਸਕਦੇ ਆ। ਆਓ ਸਾਰਾ ਰਲ ਕੇ ਇਸ ਗੀਤ ਨਾਲ ਪ੍ਰਭੂ ਦੀ ਵਡਿਆਈ ਕਰੀਏ। ਚਾਨਣ ਦੁਨੀਆ ਦਾ ਕਰਦਾ ਦੂਰ ਹਨੇਰੇ ਨੂੰ, ਜਿਸ ਚਾਨਣ ਦੁਨੀਆ ਦਾ ਕਰਦਾ ਦੂਰ। ਅਸੀਂ ਸਿਜਦਾ ਕਰਦੇ ਹਾਂ, ਅਸੀਂ ਸਿਜਦਾ ਕਰਦੇ ਹਾਂ ਹਰ ਸ਼ਾਮ ਸਵੇਰੇ ਨੂੰ। ਜਿਸ ਚਾਨਣ ਦੁਨੀਆ ਦਾ ਕਰਦਾ ਦੂਰ ਹਨੇਰੇ ਨੂੰ, ਜਿਸ ਚਾਨਣ ਦੁਨੀਆ ਦਾ ਕਰਦਾ ਦੂਰ ਹਨੇਰੇ। ਚੱਲੇ ਆ ਬ੍ਰੇਕ ਤੇ ਤੁਸੀਂ ਕਿਤੇ ਦੂਰ ਜਾਣਾ ਨਹੀਂ, ਅਸੀਂ ਬਹੁਤ ਜਲਦੀ ਵਾਪਸ ਆ ਰਹੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਅਸੀਂ ਵੈਲਕਮ ਕਰ। ਹਾਲੇਲੂਇਆ, ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਇਸ ਟਾਈਮ ਤੇ ਸਾਡੇ ਨਾਲ ਪਾਸਟਰ ਜੀ ਆ ਚੁੱਕੇ ਆ ਜਿਹੜੇ ਕਿ ਉਹ ਨੇਸ਼ਨ ਚਰਚ ਤੋਂ ਪਾਸਟਰ ਜਗਦੀਸ਼ ਜੀ ਉੱਪਰ। ਸੋ ਆਪਾਂ ਅੱਜ ਇਹਨਾਂ ਦੇ ਰਾਹੀਂ ਸੁਣਾਂਗੇ ਕਿ ਪਰਮੇਸ਼ਰ ਨੇ ਤੁਹਾਡੇ ਲਈ ਤੇ ਮੇਰੇ ਲਈ ਕੀ ਸੁਨੇਹਾ ਦਿੱਤਾ। ਹਾਂਜੀ ਪਾਸਟਰ ਜੀ, ਲੱਖਾਂ ਹੀ ਲੋਕ ਤੁਹਾਨੂੰ ਅੱਜ ਦੇਖ ਰਹੇ, ਉਹਨਾਂ ਦੇ ਵਾਸਤੇ ਕਿਹੜਾ ਸੁਨੇਹਾ ਤੁਸੀਂ ਅੱਜ ਲੈ ਕੇ ਆਏ ਹੋ? ਓਕੇ ਜੀ, ਸਾਰਿਆਂ ਨੂੰ ਜੈ ਮਸੀਹ ਦੀ। ਜੈ ਮਸੀਹ ਦੀ। ਬਹੁਤ ਖੁਸ਼ੀ ਆ ਆਪਾਂ ਫਿਰ ਇੱਕ ਵਾਰੀ ਪਹਿਲਾਂ ਅਸੀਂ ਆਪਾਂ ਸੰਗਤੀ ਕੀਤੀ, ਆਪਾਂ ਜਿਹਦੇ ਵਿੱਚ ਆਏ ਆ ਉਹਦੀ ਵਡਿਆਈ ਕਰਕੇ, ਉਹਦਾ ਧੰਨਵਾਦ ਕਰਕੇ ਤੇ ਹੁਣ ਅਸੀਂ ਉਹਦੇ ਕੋਲੋਂ ਬਚਨ ਪਾ ਸਕਦੇ ਹਾਂ, ਜਿਹੜੇ ਬਚਨ ਦੇ ਨਾਲ ਆਪਾਂ ਦੇਖਣਾ ਮਿਰਕਲ ਸਾਈਨਸ ਐਂਡ ਵੰਡਰਸ ਹੁੰਦੇ ਆ।
जिन्ने भी तुसीं इस वेले सुन रहे हैं, हो सकदा तुसीं किसी मुसीबत विच दी जा रहे होवो ते परमेश्वर तुहानूं अज ठीक करन नूं तैयार है, तुहाडे वास्ते एक मिरेकल करन तैयार है। ਉਹਦੇ ਵਾਸਤੇ ਅਸੀਂ ਗੱਲਾਂ ਕਰਦੇ ਆਏ ਹਾਂ ਪਿੱਛੋਂ ਕਈ ਮਹੀਨਿਆਂ ਤੋਂ। ਜਦੋਂ ਉਹ ਇਹ ਇੱਕ ਚੀਜ਼ਾਂ ਦੇਖਦਾ ਆਇਆ, ਉਹ ਕੀ ਦੇਖਦੇ ਸੀ? ਯਿਸੂ ਮਸੀਹ ਜਿਹੜੇ ਮਿਰਕਲਸ ਕਰਦੇ ਸੀ ਉਹਨਾਂ ਦੇ ਬਾਰੇ ਦੇਖਦੇ। ਯਿਸੂ ਮਸੀਹ ਮੈਂ ਹਰੇਕ ਵਾਰੀ ਦੱਸਦਾ ਹੁੰਦਾ, ਇੱਕ ਤੀਜਾ ਹਿੱਸਾ ਉਹਨਾਂ ਦਾ ਜਿਹੜੇ ਉਹਨੇ 3 ਸਾਲ ਸੇਵਾ ਦੇ ਵਿੱਚ ਲਾਏ ਸੀ, ਉਹਦਾ ਇੱਕ ਤੀਜਾ ਹਿੱਸਾ ਉਹ ਮਿਰਕਲਸ ਕਰਦਾ ਸੀ। 8 ਘੰਟੇ ਸੌਂਦਾ ਸੀ ਜਾਂ 8-6 ਘੰਟੇ ਸੌਂਦਾ ਸੀ ਤੇ ਫਿਰ ਖਾਣ ਦਾ ਟਾਈਮ ਸੀਗਾ ਪ੍ਰਚਾਰ ਦਾ ਤੇ ਜਿਹੜਾ ਹੀਲਿੰਗ ਉਹ ਕਰਦਾ ਟਾਈਮ ਨੂੰ ਗੁਜ਼ਾਰਦਾ ਸੀਗਾ। ਸੋ ਪਰ ਇਹਦਾ ਆਪਾਂ ਦੇਖਦੇ ਹਾਂ ਪਰਮੇਸ਼ਰ ਨਹੀਂ ਚਾਹੁੰਦੇ ਹੈਗੇ ਵੀ ਅਸੀਂ ਬਿਮਾਰ ਰਹੀਏ, ਪਰਮੇਸ਼ਰ ਨਹੀਂ ਚਾਹੁੰਦੇ ਹੈਗੇ ਅਸੀਂ ਘਾਟੇ ਦੇ ਵਿੱਚ ਰਹੀਏ। ਉਹ ਚਾਹੁੰਦੇ ਆ ਇੱਕ ਮਿਰਾਕਲਸਲੀ ਸਾਨੂੰ ਉਹ ਸ਼ਿਫਾ ਦੇਣ ਵਾਲਾ ਹੋਈਏ। ਸੋ ਇਹ ਆਪਾਂ ਉਹਦੀਆਂ ਮਿਰਕਲਸ, ਜੀਸਸ ਦੀਆਂ ਮਿਰਕਲਸ ਦੇਖਦੇ ਆਏ ਹਾਂ। ਜਿੰਨੇ ਵੀ ਇਸ ਧਰਤੀ ਨਹੀਂ ਸੀ ਜਿੰਨੀਆਂ ਯਿਸੂ ਮਸੀਹ ਨੇ ਕੀਤੀਆਂ ਸੀ। ਯਹੂਨਾ ਏਦਾਂ ਵੀ ਲਿਖਦਾ ਆ, ਉਹ ਕਹਿੰਦਾ ਇਹ ਸਾਰੀਆਂ ਜਿਹੜੀਆਂ ਉਹਨੇ ਹੀਲਿੰਗ ਕੀਤੀਆਂ, ਜਿਹੜੀਆਂ ਮਿਰਕਲਸ ਕੀਤੀਆਂ, ਜੇ ਲਿਖੀਆਂ ਜਾਣ, ਕਹਿੰਦਾ ਦੁਨੀਆ ਦੇ ਵਿੱਚ ਕਿਤਾਬਾਂ ਨਹੀਂ ਇੰਨੀਆਂ ਰੱਖਣੀਆਂ ਹੈਗੀਆਂ ਜਿੰਨੀਆਂ ਉਹਨੇ ਕੀਤੀਆਂ ਸੀ। ਸੋ ਥੋੜ੍ਹੀਆਂ ਜਿਹੀਆਂ ਬਾਈਬਲ ਦੇ ਵਿੱਚ ਲਿਖੀਆਂ ਗਈਆਂ ਆ, ਸਾਰੀਆਂ ਨਹੀਂ ਲਿਖੀਆਂ ਗਈਆਂ ਹੈਗੀਆਂ ਜਿਨ੍ਹਾਂ ਦੇ ਨਾਲ ਅਸੀਂ ਫਾਇਦਾ ਉਠਾ ਸਕਦੇ ਹਾਂ। ਸੋ ਆਪਣੇ ਵਾਸਤੇ ਉਹਦਾ ਚੈਪਟਰ 8-28 ਤੋਂ 34 ਤੱਕ ਤੇ ਤੁਸੀਂ ਧਿਆਨ ਦੇ ਨਾਲ ਸੁਣਨਾ, ਫਿਰ ਆਪਾਂ ਉੱਤੇ ਥੋੜ੍ਹੀ ਚਿਰ ਦੇਖਾਂਗੇ ਧਿਆਨ ਤੇ ਦੇਖਾਂਗੇ ਸਾਡੇ ਵਾਸਤੇ ਅੱਜ ਬਾਈਬਲ ਕੀ ਦੱਸ ਰਹੀ ਆ, ਸਾਡੇ ਜੀਵਨ 'ਚ ਅਸੀਂ ਇਹਨਾਂ ਚੀਜ਼ਾਂ ਨੂੰ ਕਿੱਦਾਂ ਵਰਤ ਸਕਦੇ ਹਾਂ। ਆਮੀਨ, ਹਾਲੇਲੂਇਆ। ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਆ ਮੈਥਿਊ ਚੈਪਟਰ 8 ਵਰਸ ਫਰਮ 28 to 34। ਇਸ ਤਰ੍ਹਾਂ ਲਿਖਿਆ ਗਿਆ ਆ, ਜਾਂ ਉਹ ਪਾਰ ਤਾਂ 2 ਮਨੁੱਖ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਕਬਰਾਂ ਵਿੱਚੋਂ ਨਿਕਲ ਕੇ ਉਹਨੂੰ ਮਿਲੇ ਅਤੇ ਉਸ ਕਰੜੇ ਸਨ ਜੋ ਉਸ ਰਸਤੇ ਕੋਈ ਲੰਘ ਨਹੀਂ ਸੀ ਸਕਦਾ। ਅਤੇ ਵੇਖੋ ਉਹਨਾਂ ਨੇ ਪੁਕਾਰ ਕੇ ਆਖਿਆ, ਹੇ ਪਰਮੇਸ਼ਰ ਦੇ ਪੁੱਤਰ, ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਵੇਲਿਓਂ ਪਹਿਲਾਂ ਸਾਨੂੰ ਦੁੱਖ ਦੇਣ ਇੱਥੇ ਆਇਆ ਹੈ? ਉਹਨਾਂ ਤੋਂ ਕੁਝ ਦੂਰ ਬਹੁਤ ਸਾਰਿਆਂ ਸੂਰਾਂ ਦਾ ਇੱਜੜ ਚੁੱਕਦਾ ਸੀ, ਔਰ ਭੂਤਾਂ ਨੇ ਉਹਦੀਆਂ ਮਿੰਨਤਾਂ ਕਰਕੇ ਆਖਿਆ ਕਿ ਜੇ ਤੂੰ ਸਾਨੂੰ ਕੱਢ, ਸਾਨੂੰ ਸੂਰਾਂ ਦੇ ਇੱਜੜ ਵਿੱਚ ਘੱਲ ਦੇ। ਉਸਨੇ ਉਹਨਾਂ ਨੂੰ ਆਖਿਆ, ਜਾਓ। ਤਾਂ ਉਹ ਨਿਕਲ ਕੇ ਸੂਰਾਂ ਵਿੱਚ ਜਾ ਵੜੇ ਅਤੇ ਵੇਖੋ ਕਿ ਸਾਰਾ ਇੱਜੜ ਢਾਏ ਉੱਤੋਂ ਸਿਰ ਤੋੜ ਭੱਜ ਕੇ ਝੀਲ ਵਿੱਚ ਜਾ ਪਿਆ ਅਤੇ ਪਾਣੀ ਵਿੱਚ ਡੁੱਬ ਮੋਇਆ। ਤਦ ਚੁਗਾਉਣ ਵਾਲੇ ਨੱਠੇ ਅਤੇ ਨਗਰ ਵਿੱਚ ਜਾ ਕੇ ਸਾਰੀ ਵਾਰਤਾ ਅਤੇ ਭੂਤਾਂ ਵਾਲਿਆਂ ਦੀ ਮਿੱਥਿਆ ਸੁਣਾ ਦਿੱਤੀ। ਅਤੇ ਵੇਖੋ ਸਾਰਾ ਨਗਰ ਯਿਸੂ ਦੇ ਮਿਲਣ ਨੂੰ ਨਿਕਲਿਆ, ਔਰ ਜਾਂ ਉਹਨੂੰ ਵੇਖਿਆ ਤਾਂ ਉਹਦੀਆਂ ਮਿੰਨਤਾਂ ਕੀਤੀਆਂ ਜੋ ਸਾਡੀ ਹੱਦੋਂ ਬਾਹਰ ਨਿਕਲ ਜਾਏ। ਆਮੇਨ, ਹਾਲੇਲੂਇਆ। ਜਿਹੜੀ ਆਪਾਂ ਇਹ ਕਹਾਣੀ ਦੇਖਦੇ ਹਾਂ, ਯਿਸੂ ਮਸੀਹ ਜਦੋਂ ਗੈਸਸ ਦੇ ਵਿੱਚ ਜਾਂਦਾ ਆ, ਜਿਹੜਾ ਉੱਥੇ ਕਹਿੰਦੇ ਆ ਸੀ ਆ, ਤੇ ਉਹ ਤੋਂ ਥੋੜ੍ਹਾ ਦੂਰ ਜਾ ਕੇ, ਬੜਾ ਦੂਰ ਨਹੀਂ ਹੈਗਾ, ਉੱਥੇ ਬੋਲੀ ਦੇ ਵਿੱਚ ਬੇੜੀ ਵਿੱਚ ਜਾਣਾ ਪੈਂਦਾ। ਤੇ ਉੱਥੇ ਗਿਆ, ਉਤਰਦੇ ਸਹਿਰੀ 2 ਆਦਮੀ ਉਹਨੂੰ ਮਿਲਦੇ ਆ, ਜਿਹੜੇ ਬਾਈਬਲ ਆਪਾਂ ਹੁਣ ਪੜ੍ਹ ਕੇ ਹਟੇ ਦੱਸਦੇ ਆ ਭੂਤਾਂ ਨੇ ਜਿਨ੍ਹਾਂ ਨੂੰ ਫੜਿਆ ਸੀ, ਭੂਤ ਚਿੰਬੜੇ ਸੀ ਉਹਨਾਂ ਨੂੰ, ਤੇ ਇੰਨੇ ਉਹ ਸਖਤ ਸੀ, ਇੰਨੇ ਉਹ ਖਰਾਬ ਸੀਗੇ ਤੇ ਉਧਰ ਦੇ ਕੋਈ ਲੰਘ ਵੀ ਨਹੀਂ ਸਕਦਾ ਸੀ। ਤੇ ਉਹ ਜਿੱਥੇ ਕਬਰਾਂ ਸੀਗੀਆਂ, ਜਿੱਥੇ ਕਬਰਸਤਾਨ ਸੀ, ਉੱਥੇ ਉਹ ਰਹਿੰਦੇ ਆ ਤੇ ਬਹੁਤ ਖਰਾਬੀ ਕਰਦੇ ਆ, ਲੋਕਾਂ ਨੂੰ ਦੂਰ ਦੀ ਲੰਘਣਾ ਪੈਂਦਾ ਸੀ ਕਰਕੇ ਉਹ ਤੁਹਾਨੂੰ ਹਮਲਾ ਕਰ ਸਕਦੇ ਸੀ। ਤੇ ਦੁਸ਼ ਆਤਮਾ ਨੂੰ ਸਤਾਉਂਦੇ ਸੀਗੇ ਉਹਨਾਂ ਨੂੰ। ਤੇ ਪਰ ਜਦੋਂ ਯਿਸੂ ਮਸੀਹ ਆਉਂਦਾ ਆ, ਆਪਾਂ ਅਜੀਬ ਗੱਲ ਦੇਖਦੇ ਆ, ਜਿਹੜੇ ਭੂਤ ਹੁੰਦੇ ਆ ਉਹ ਗੱਲਾਂ ਉਹ ਬੋਲਣ ਲੱਗ ਪੈਂਦੇ ਯਿਸੂ ਮਸੀਹ ਦੇ ਨਾਲ। ਤੇ ਇੱਕ ਸਵਾਲ ਪੁੱਛਦੇ ਆ ਯਿਸੂ ਮਸੀਹ ਨੂੰ, ਉਹ ਕਹਿੰਦੇ ਕਿਉਂ? ਤੂੰ ਇੱਕ ਟਾਈਮ ਹੱਲੇ ਸਾਡਾ ਹੋਇਆ ਨਹੀਂ ਹੈਗਾ, ਤੂੰ ਪਹਿਲਾਂ ਹੀ ਆ ਗਿਆ, ਸਾਨੂੰ ਸਤਾਉਣ ਪਹਿਲਾਂ ਹੀ ਆ ਗਿਆ। ਸੋ ਉਹਨਾਂ ਨੂੰ ਪਤਾ ਆ, ਪੇਸ਼ ਨੇ ਰੱਖਿਆ ਆ
ਜਦੋਂ ਉਹਨੇ ਫੈਸਲਾ ਕਰਨਾ ਆ, ਜਦੋਂ ਯਿਸੂ ਮਸੀਹ ਨੇ ਜੱਜਮੈਂਟ ਕਰਨੀ ਆ, ਉਹ ਭੂਤਾਂ ਨੂੰ ਵੀ ਪਤਾ ਸੀ ਬਈ ਯਿਸੂ ਮਸੀਹ ਨੇ ਇੱਕ ਜੱਜਮੈਂਟ ਕਰਨੀ ਹੈ। ਸੋ ਇੱਥੇ ਆਪਾਂ ਹੋਰ ਅਜੀਬ ਗੱਲ ਕੀ ਦੇਖਦੇ ਆ, ਜਦੋਂ ਆਪਾਂ ਦੁਨੀਆ ਦੇ ਵਿੱਚ ਚਾਰ ਛਪੇਰੇ ਦੇਖਦੇ ਆ, ਜਿਹੜੇ ਕਈ ਲੋਕੀ ਭੂਤ ਕੱਢਦੇ ਆ, ਉਹ ਜਾਂ ਸੋਟੀਆਂ ਨਾਲ ਕੁੱਟਦੇ, ਜਾਂ ਜੁੱਤੀਆਂ ਨਾਲ ਕੁੱਟਦੇ ਆ, ਜਾਂ ਉਹਨਾਂ ਦੇ ਤਾ ਕੇ ਤੱਤੀਆਂ ਕਰਕੇ ਸੀਖਾਂ ਲਾਉਂਦੇ ਆ ਉਸ ਜਵਾਨ, ਪਰ ਉਹਨਾਂ ਨੂੰ ਕੋਈ ਛੁਟਕਾਰਾ ਨਹੀਂ ਦੇ ਸਕਿਆ। ਪਰ ਯਿਸੂ ਮਸੀਹ ਇੱਥੇ ਆਉਂਦਾ ਆ, ਉਹ ਇੱਕ ਹੁਕਮ ਦਿੰਦਾ ਆ, ਕਹਿੰਦਾ ਇਹਦੇ ਵਿੱਚੋਂ ਨਿਕਲ ਜਾਓ। ਤੇ ਉਸੇ ਵੇਲੇ ਉਹ ਪਹਿਲਾਂ ਤਕੀਦ ਕਰਦੇ ਆ, ਉਹ ਕਹਿੰਦੇ ਜੇ ਤੂੰ ਸਾਨੂੰ ਕੱਢਣਾ ਹੀ ਆ, ਇੱਥੇ ਸੂਰ ਜਿਹੜੇ ਕਹਿੰਦੇ ਚੌੜੇ ਆ ਇਹਨਾਂ ਦੇ ਵਿੱਚ ਆ ਜੀ। ਯਿਸੂ ਵੀ ਕਹਿੰਦਾ ਜਾਓ, ਕਿਉਂਕਿ ਸੂਰ ਵੀ ਨਹੀਂ ਚਾਹੁੰਦੇ ਹੈਗੇ ਵੀ ਭੂਤ ਸਾਡੇ ਅੰਦਰ ਹੈ। ਪਾਣੀ ਦੇ ਵਿੱਚ, ਸਮੁੰਦਰ ਦੇ ਵਿੱਚ ਵੀ ਛਾਲਾ ਮਾਰ ਗਿਆ ਤੇ ਸੂਰ ਉਹਨਾਂ ਨੂੰ ਮਰਨਾ ਮਨਜ਼ੂਰ ਆ, ਪਰ ਭੂਤ ਨਹੀਂ ਆਪਣੇ ਵਿੱਚ ਚਾਹੁੰਦੇ ਹੈਗੇ, ਤੇ ਉਹ ਵੀ ਡੁੱਬ ਕੇ ਮਰ ਗਿਆ। ਫਿਰ ਜਦੋਂ ਇਹ ਜਿਹੜੇ ਲੋਕੀ ਉੱਥੇ ਭੇਡਾਂ ਚਾਰਦੇ ਸੀਗੇ ਜਾਂ ਸੂਰਾਂ ਨੂੰ ਚਾਰਦੇ ਸੀਗੇ, ਉਹ ਪਿੰਡਾਂ ਦੇ ਵਿੱਚ ਆ ਜਾਂਦੇ, ਸ਼ਹਿਰਾਂ ਦੇ ਵਿੱਚ ਜਾਂਦੇ ਆ, ਤੇ ਉਹ ਜਾ ਕੇ ਦੱਸਦੇ ਆ ਜੀਸਸ ਨੇ ਕੀ ਕੀਤਾ। ਇੱਕ ਜੀਸਸ ਆਇਆ, ਉਹਨੇ ਇੱਕ ਹੁਕਮ, ਜਿਹੜੇ ਆਪਾਂ ਇੱਥੇ ਆਦਮੀ ਸੀਗੇ ਜਿਨ੍ਹਾਂ ਨੂੰ ਆਪਾਂ ਸਾਰੇ ਜਾਣਦੇ ਸੀਗੇ ਕਰਕੇ ਉਸ ਰਸਤੇ ਥਾਣੀ ਆਪਾਂ ਲੰਘ ਨਹੀਂ ਸਕਦੇ ਸੀਗੇ, ਉਹ ਹੁਣ ਸਹੀ ਦਿਮਾਗ ਚੱਲ ਰਿਹਾ। ਜਦੋਂ ਆ ਕੇ ਦੇਖਦੇ ਉਹ ਸੱਚੀ ਸਹੀ ਦਿਮਾਗ ਚੱਲਦੇ ਆ, ਤੇ ਉਹਨਾਂ ਨੂੰ ਇਹ ਚੀਜ਼ ਸਹੀ, ਉਹਨਾਂ ਨੂੰ ਇਹ ਦਿਮਾਗ ਵਿੱਚ ਨਹੀਂ ਪੈਂਦੀ, ਉਹ ਡਰ ਜਾਂਦੇ ਆ। ਇਹ ਕੌਣ ਆ ਜਿਹੜਾ ਭੂਤਾਂ ਨੂੰ ਹੁਕਮ ਦਿੰਦਾ? ਉਹ ਇੰਨੇ ਡਰ ਜਾਂਦੇ ਆ ਕਿ ਉਹ ਜੀਸਸ ਦੀ ਬੇਨਤੀ ਕਰਦੇ ਆ, ਕਹਿੰਦੇ ਸਾਡੇ ਕੋਲ ਚੱਲ, ਸਾਨੂੰ ਨਹੀਂ ਪਤਾ ਲੱਗਦਾ ਕੀ ਗੱਲ। ਆਪਾਂ ਥੋੜੀ ਚਿਰ ਅਟ ਕੇ ਇੱਕ ਕਹਾਣੀ ਹੋਰ ਦੇਖਣੀ ਆ, ਫਿਰ ਦੇਖ ਕੇ ਆਪਾਂ ਇੱਕ ਆਹ ਦੇਖਾਂਗੇ ਜੋ ਭੂਤ ਕਹਿੰਦੇ ਸੀ। ਉਹ ਕਹਿੰਦੇ there is a set time when Jesus will judge, and ਜਿਹੜੇ ਭੂਤ ਆ ਉਹਨਾਂ ਨੂੰ ਉਸ ਸਜ਼ਾ ਵਾਲੀ ਜਗ੍ਹਾ ਦੇ ਵਿੱਚ, ਉਸ ਅੱਗ ਵਾਲੀ ਜਗ੍ਹਾ ਦੇ ਵਿੱਚ, ਜਿਹਨੂੰ ਆਪਾਂ ਨਰਕ ਕਹਿੰਦੇ, ਉੱਥੇ ਸਿੱਟੇ ਜਾਂਦੇ ਆ, ਤੇ ਜਿੰਨੇ ਉਹਨਾਂ ਨੂੰ ਫੋਲੋ ਕਰਦੇ ਆ ਉਹ ਵੀ ਉੱਥੇ ਸਿੱਟੇ ਜਾਂਦੇ ਆ। ਤੇ ਪਰ ਪਹਿਲਾਂ ਇਹਦੇ ਬਾਰੇ ਆਪਾਂ ਦੇਖਦੇ ਆ, ਇੱਕ ਹੋਰ ਕਹਾਣੀ ਦੇ ਵਿੱਚੋਂ ਦੇਖਦੇ ਆ ਜਿਹੜੀ ਬਹੁਤ ਉਹ ਵੀ ਖਾਸ ਆ। ਤੇ ਇੱਥੇ ਆਪਾਂ ਦੇਖਦੇ ਯਿਸੂ ਮਸੀਹ ਭੂਤ ਕੱਢਦਾ। ਇੱਕ ਹੋਰ ਕਹਾਣੀ ਦੇਖਣ ਲੱਗੇ ਆ, ਉਹਦੇ ਵਿੱਚੋਂ ਇੱਕ ਆਦਮੀ ਹੁੰਦਾ, ਉਹਨੂੰ ਸਟ੍ਰੋਕ ਹੋਈ ਹੁੰਦਾ, ਤੇ ਉਹ ਮੰਜੇ ਤੋਂ ਹਿੱਲ ਨਹੀਂ ਸਕਦਾ ਹੁੰਦਾ। ਉਹਦੀ ਕਹਾਣੀ ਆ, ਉਹ ਆਪਾਂ ਸੁਣਦੇ ਹਾਂ। ਹਾਂਜੀ, ਮਤੀ ਦੀ ਇੰਜੀਲ ਉਹਦਾ 9 ਚੈਪਟਰ 1 ਤੋਂ ਲਾ ਕੇ 8, chapter 9 verse from 1 to 8। ਪਵਿੱਤਰ ਬਾਈਬਲ ਵਿੱਚ ਇਸ ਤਰ੍ਹਾਂ ਲਿਖਿਆ ਆ, ਉਹ ਬੇੜੀ ਉੱਤੇ ਚੜ ਕੇ ਪਾਰ ਲੰਘਿਆ ਔਰ ਆਪਣੇ ਨਗਰ ਵਿੱਚ ਆਇਆ, ਅਤੇ ਵੇਖੋ ਇੱਕ ਮੰਜੀ ਉੱਤੇ ਪਏ ਹੋਏ ਅਧਰੰਗੀ ਨੂੰ ਉਸ ਕੋਲ ਲਿਆਏ, ਅਤੇ ਯਿਸੂ ਨੇ ਉਹਨਾਂ ਦੀ ਨਿਸ਼ਚਾ ਵੇਖ ਕੇ ਉਸ ਅਧਰੰਗੀ ਨੂੰ ਆਖਿਆ, ਹੇ ਪੁੱਤਰ ਹੌਸਲਾ ਰੱਖ। ਤੇ ਵੇਖੋ ਕਈਆਂ ਗ੍ਰੰਥੀਆਂ ਨੇ ਆਪਣੇ ਮਨ ਵਿੱਚ ਕਿਹਾ, ਜੋ ਇਹ ਕੁਫਰ ਵਕਦਾ ਹੈ। ਤਾਂ ਯਿਸੂ ਨੇ ਉਹਨਾਂ ਦੀ ਸੋਚ ਵਿਚਾਰ ਮਾਲੂਮ ਕਰਕੇ ਆਖਿਆ, ਤੁਸੀਂ ਕਾਹਨੂੰ ਆਪਣੇ ਮਨ ਵਿੱਚ ਬੁਰੇ ਵਿਚਾਰ ਕਰਦੇ ਹੋ? ਭਲਾ ਕਿਹੜੀ ਗੱਲ ਸੁਖਾਲੀ ਹੈ, ਇਹ ਕਹਿਣਾ ਜੋ ਤੇਰੇ ਪਾਪ ਮਾਫ ਹੋਏ, ਜਾਂ ਇਹ ਕਹਿਣਾ ਭਾਈ ਉੱਠ ਅਤੇ ਤੁਰ? ਪਰ ਇਸ ਲਈ ਜੋ ਤੁਸੀਂ ਧਰਤੀ ਉੱਤੇ ਪਾਪ ਮਾਫ ਕਰਨ ਦਾ ਅਖਤਿਆਰ ਹੈ। ਤਦ ਉਸਨੇ ਅਧਰੰਗੀ ਨੂੰ ਕਿਹਾ, ਉੱਠ ਆਪਣੀ ਮੰਜੀ ਚੁੱਕ ਕੇ ਘਰ ਚਲਿਆ ਜਾ। ਤਾਂ ਉਹ ਉੱਠ ਕੇ ਆਪਣੇ ਘਰ ਨੂੰ ਤੁਰ ਗਿਆ, ਅਤੇ ਭੀੜ ਇਹ ਵੇਖ ਕੇ ਡਰ ਗਈ ਔਰ ਪਰਮੇਸ਼ਰ ਦੀ ਵਡਿਆਈ ਕੀਤੀ ਜੋ ਉਹਨੇ ਮਨੁੱਖਾਂ ਨੂੰ ਇੰਨਾ ਅਖਤਿਆਰ ਦਿੱਤਾ। ਆਮੇਨ, ਹਾਲੇਲੂਇਆ। ਇੱਥੇ ਅਸੀਂ ਆਪਾਂ ਦੇਖਦੇ ਹਾਂ ਲੋਕ ਹੋਈ ਆ, ਉਹ ਮੰਜੇ ਉੱਤੇ ਉਹ ਚੱਕ ਕੇ ਲੈ ਕੇ ਆਏ ਆ। ਜਦੋਂ ਯਿਸੂ ਮਸੀਹ ਕੋ ਉਹਨੂੰ ਲੈ ਕੇ ਆਉਂਦੇ ਆ, ਯਿਸੂ ਮਸੀਹ ਦੇਖਦਾ ਆ ਉਹ ਜਿਹੜੇ 4 ਆਦਮੀ ਆ, ਉਹਨਾਂ ਦੇ ਕੋਲ ਵੇਚਾ, ਉਹਨਾਂ ਦੇ ਕੋਲ ਫੈਰਿਸ ਆ। ਉਹ ਦੇਖਦਾ ਉਹਨਾਂ ਦੇ ਕੋਲ ਵੇਚਾ ਆ, ਜਿਹੜੀ ਮੇਰੇ ਕੋਲ ਲੈ ਕੇ ਆਏ ਆ, ਕਰਕੇ ਉਹ ਬਲੀਵ ਕਰਦੇ, ਭਰੋਸਾ ਰੱਖਦੇ ਆ ਬਈ ਜਦੋਂ ਮੈਂ ਉਹਨਾਂ ਨੂੰ ਹੁਕਮ ਦਿੱਤਾ ਉਹਨੇ ਠੀਕ ਹੋ ਜਾਣਾ। ਆਮੇਨ। ਉਹ ਬਾਈਬਲ ਦੱਸਦੀ ਆ
ਯਿਸੂ ਮਸੀਹ ਨੂੰ ਉਹਨਾਂ ਦੀ ਨੇਚਰ ਦੱਸਦੀ ਸੀਗੀ। ਅੱਜ ਸਵਾਲ ਆਪਾਂ ਇਹ ਵੀ ਪੁੱਛਣਾ ਆ, ਤੁਹਾਡੀ ਨੇਚਰ ਹੈਗੀ ਆ? ਉਹਨਾਂ ਦੀ ਨੇਚਰ ਯਿਸੂ ਮਸੀਹ ਤੇ ਸੀ। ਪਤਾ ਨਹੀਂ ਕਿੰਨੀ ਦੂਰੋਂ ਉਹਨੂੰ ਚੱਕ ਕੇ ਲੈ ਕੇ ਆਏ ਆ। ਉਹ ਤਾਂ ਲੈ ਕੇ ਆਏ ਆ ਕਰਕੇ ਉਹਨਾਂ ਕੋਲ ਨੇਚਰ ਸੀਗੀ। ਜੇ ਅਸੀਂ ਯਿਸੂ ਮਸੀਹ ਦੇ ਕੋਲ ਲੈ ਗਏ, ਉਹਨੇ ਸਾਡੇ ਫਰੈਂਡ ਨੂੰ, ਸਾਡੇ ਦੋਸਤ ਨੂੰ ਉਹਨੇ ਠੀਕ ਕਰ ਦੇਣਾ ਹੈ। ਤੇ ਉਹ ਹੀ ਹੁੰਦਾ ਜਦੋਂ ਉਹ ਜਾਂਦਾ ਆ, ਯਿਸੂ ਮਸੀਹ ਕਹਿੰਦਾ ਜਿਹੜੇ ਗ੍ਰੰਥੀ ਉੱਥੇ ਬੈਠੇ ਆ, ਉਹ ਕਹਿੰਦੇ ਪਾਪ ਤਾਂ ਕੋਈ ਵੀ ਨਹੀਂ ਮਾਫ ਕਰ ਸਕਦਾ। ਵੀ ਇਹ ਬੋਲ ਰਿਹਾ, ਇਹ ਪਾਪ ਨਹੀਂ ਮਾਫ ਹੋ ਸਕਦੇ ਹੈਗੇ। ਪਰ ਯਿਸੂ ਮਸੀਹ ਉਹਨਾਂ ਦੀਆਂ ਸੋਚਾਂ ਨੂੰ ਜਾਣਦਾ ਸੀ। ਉਹਨੇ ਯਿਸੂ ਮਸੀਹ ਨੂੰ ਪਛਾਣਿਆ ਨਹੀਂ, ਉਹ ਕੌਣ ਆ? ਯਿਸੂ ਮਸੀਹ ਪਰਮੇਸ਼ਰ ਸੀ, ਜਿਹੜਾ ਇੱਕ ਭੇਸ ਬਦਲ ਕੇ, ਜਿਹੜਾ ਇੱਕ ਜਨਮ ਲਿਆ, ਆਦਮੀ ਦਾ ਰੂਪ, ਪਹਿਲਾਂ ਦੇਵੀ ਦਾ, ਫਿਰ ਗ੍ਰੋ ਹੋ ਕੇ ਦੁਨੀਆ ਉੱਤੇ ਰਹਿ ਕੇ ਉਹ ਇੱਕ ਕੇ ਆਇਆ ਸੀਗਾ। ਹਾਲੇਲੂਇਆ। ਤੇ ਉਹ ਜਦੋਂ ਹੁਕਮ ਦਿੰਦਾ, ਉਹ ਠੀਕ ਹੋ ਜਾਂਦਾ ਹੈ। ਉਹਦੇ ਕੋਲ ਅਖਤਿਆਰ ਹੈ। ਯਿਸੂ ਮਸੀਹ ਦੱਸਦਾ, ਉਹ ਕਹਿੰਦਾ ਮੇਰੇ ਕੋਲ ਅਖਤਿਆਰ ਦਿੱਤਾ ਗਿਆ ਆ, ਜਿਹੜੇ ਕਹਿੰਦਾ ਮੈਂ ਪਾਪ ਮਾਫ ਕਰ ਸਕਦਾ ਆ। ਹਾਲੇਲੂਇਆ। ਸੱਚੀ ਗੱਲ ਸੁਣਨ ਵਾਲੀ ਆ। ਯਿਸੂ ਮਸੀਹ ਦੇ ਕੋਲ ਅਖਤਿਆਰ ਹੈਗਾ ਆ ਤੁਹਾਡੇ ਪਾਪ ਮਾਫ ਕਰਨ ਦੇ, ਮੇਰੇ ਪਾਪ ਮਾਫ ਕਰਨ ਦੇ। ਇੱਕ ਵਾਰੀ ਜਦੋਂ ਮੈਂ ਯਿਸੂ ਮਸੀਹ ਨੂੰ ਪਾਇਆ, ਮੈਨੂੰ ਏਦਾਂ ਸਿਖਾਇਆ ਗਿਆ ਸੀ ਵੀ ਜੇ ਤੁਸੀਂ ਚੰਗੇ ਕੰਮ ਕਰੋਗੇ ਤੇ ਤੁਸੀਂ ਸਵਰਗ ਨੂੰ ਚਲੇ ਜਾਓਗੇ। ਪਰ ਜਦੋਂ ਮੈਨੂੰ ਯਿਸੂ ਮਸੀਹ ਦੇ ਬਾਰੇ ਦੱਸਿਆ, ਮੈਂ ਉਹਦੇ ਕੋਲ ਆਇਆ ਤੇ ਉਹਨੇ ਮੇਰੇ ਪਾਪ ਮਾਫ ਕਰ ਦਿੱਤੇ। ਤੇ ਕੀ ਹੋਇਆ? ਮੈਂ ਸਵਰਗ ਨੂੰ ਜਾਣ ਵਾਲਾ ਹੋ ਗਿਆ। ਤੇ ਜਿਹੜੇ ਸਾਡੇ ਸਟਰੀਟ ਦੇ ਵਿੱਚ, ਉਸ ਗਲੀ ਦੇ ਵਿੱਚ, ਸਾਡੀ ਸਟਰੀਟ ਦੇ ਵਿੱਚ ਲੋਕੀ ਰਹਿੰਦੇ ਸੀ, ਉਹ ਸਾਰੇ ਇੱਕ ਆਂਟੀ ਨੇ ਇੱਥੇ ਕਰਕੇ ਜਾਂਦਾ, ਕਹਿੰਦੇ ਮੁੰਡਾ ਰੌਂਗ ਰਸਤੇ ਲੱਗ ਗਿਆ ਆ ਜਾਓ ਆਪਾਂ ਉਹਨੂੰ ਸਲਾਹ ਦੇਈਏ। ਜਦੋਂ ਮੈਂ ਕੰਮ ਤੋਂ ਆਇਆ, ਮੈਂ 21 ਸਾਲਾਂ ਦਾ ਸੀ, ਤੇ ਜਦੋਂ ਮੈਂ ਕੰਮ ਤੋਂ ਆਇਆ ਤਾਂ ਸਾਡਾ ਕਮਰਾ ਸਾਡਾ ਸਾਰਾ ਭਰਿਆ ਪਿਆ। ਇੱਥੇ ਕੀ ਹੁੰਦਾ? ਤੇ ਮੇਰੇ ਮਾਂ ਪਿਓ ਵੀ ਉੱਥੇ ਬੈਠੇ ਆ, ਤੇ ਉਹ ਕਹਿੰਦੇ ਪੁੱਤ ਅਸੀਂ ਤੁਹਾਨੂੰ ਸਿਖਾਉਣ ਆਏ, ਤੁਹਾਨੂੰ ਸਿੱਖਿਆ ਦੇਣ ਆਏ ਆ, ਤੂੰ ਰੌਂਗ ਰਸਤੇ ਤੇ ਲੱਗ ਗਿਆ ਆ। ਤੂੰ ਬਥੇਰੇ ਮੈਨੂੰ ਕੋਸ਼ਿਸ਼ ਕਰਦੇ ਆ। ਤੇ ਮੈਂ ਸਲਾਹ ਦੇ ਨਾਲ ਸੁਣਿਆ। ਫਿਰ ਮੈਂ ਦੇਖਿਆ ਉਹ ਜਿਹੜੀ ਆਂਟੀ ਸੀਗੀ, ਉਹ ਇੱਕ ਸੀਗੀ ਜਿਹੜੀ ਇਕੱਠੇ ਕੀਤਾ ਸੀ ਜਿਵੇਂ। ਮੈਂ ਉਹਦੇ ਕੋਲ ਗਿਆ ਦੂਸਰੇ ਦਿਨ, ਮੈਂ ਕਿਹਾ ਆਂਟੀ ਜੀ, ਮੈਨੂੰ ਯਿਸੂ ਮਸੀਹ ਦੇ ਕੋਲੋਂ ਪਾਪਾਂ ਦੀ ਮਾਫੀ ਮਿਲ ਗਈ ਆ, ਮੈਨੂੰ ਇਸ ਮਰਜ਼ਬ ਦੇ ਵਿੱਚੋਂ ਮਿਲ ਸਕਦੀ ਹੈ ਜਿਹੜਾ ਤੁਸੀਂ ਮੈਨੂੰ ਕਹਿੰਦੇ ਫੜ ਲਾ। ਉਹ ਕਹਿੰਦੀ ਪੁੱਤ ਕਿਸੇ ਨੂੰ ਵੀ ਨਹੀਂ ਪਤਾ ਹੈਗਾ, ਚੰਗੇ ਕੰਮ ਕਰ, ਫਿਰ ਆਪਣੇ ਚੰਗੇ ਕੰਮ ਜਾਣਗੇ, ਫਿਰ ਜਿਹੜੇ ਜ਼ਿਆਦਾ ਹੋ ਜਾਣਗੇ ਉਧਰ ਨੂੰ ਚੱਲ ਜਾਵਾਂਗੇ। ਮੈਂ ਕਿਹਾ ਮੈਨੂੰ ਪੱਕਾ ਭਰੋਸਾ ਹੈ ਕਰਕੇ ਬਾਈਬਲ ਦੱਸਦੀ ਆ ਮੇਰੇ ਪਾਪ ਮਾਫ ਹੋ ਗਏ ਆ। ਆਮੀਨ, ਹਾਲੇਲੂਇਆ। ਮੈਂ ਕਾਹਤੇ ਇਹਨੂੰ ਛੱਡਾਂ ਤੇ ਇੱਕ ਉਹਨੂੰ ਫੜ ਲਵਾਂ, ਖਰਿਆ ਨੂੰ ਫੜ ਲਵਾਂ, ਖਰਿਆ ਹੋਵੇ ਖਰਿਆ ਨਾ ਹੋਵੇ। ਇੱਥੇ ਆਪਾਂ ਦੇਖਦੇ ਆ ਸੱਚੀ ਅੱਜ ਵੀ ਯਿਸੂ ਮਸੀਹ ਪਾਪ ਮਾਫ ਕਰਨ ਨੂੰ ਤਿਆਰ ਆ। ਗੱਲ ਕਰਾਂਗੇ, ਪਰ ਇਹ ਕੰਮ ਤੋਂ ਪਹਿਲਾਂ ਮੈਂ ਆਹ ਦੱਸਣਾ ਚਾਹੁੰਦਾ ਸੀ ਜੋ ਆਪਾਂ ਦੇਖਿਆ ਇੱਥੇ ਯਿਸੂ ਮਸੀਹ ਕਹਿੰਦਾ ਸੀ। ਉਹ ਕਹਿੰਦਾ ਬਈ ਜਦੋਂ ਆਪਾਂ ਪਹਿਲੀ ਕਹਾਣੀ ਜਿਹੜੀ ਪੜ੍ਹੀ ਸੀ, ਉਹ ਕਹਿੰਦਾ ਜਿਹੜੇ ਭੂਤ ਸੀ ਉਹ ਯਿਸੂ ਮਸੀਹ ਨੂੰ ਕਹਿੰਦੇ ਤੁਸੀਂ ਟਾਈਮ ਤੋਂ ਪਹਿਲਾਂ ਆ ਗਏ, ਹੱਲੇ ਟਾਈਮ ਸਾਡਾ ਹੋਇਆ ਨਹੀਂ ਹੈਗਾ। ਪਰਮੇਸ਼ਰ ਨੇ ਇੱਕ ਟਾਈਮ ਰੱਖਿਆ ਆ, ਉਹਨੂੰ ਵੀ ਪਤਾ ਉਹ ਕੀ ਟਾਈਮ ਆ। ਸੋ ਮਸੀਹ ਨੇ ਥਾਣੀ ਇਸ ਦੁਨੀਆ ਨੂੰ ਜੱਜ ਕਰਨਾ ਹੈ। ਜਿਹੜੇ ਭੂਤ ਆ ਉਹਨਾਂ ਨੂੰ ਜੱਜ ਕਰਨਾ ਹੈ, ਆਦਮੀਆਂ ਨੂੰ ਜੱਜ ਕਰਨਾ ਹੈ, ਉਹਦਾ ਨਿਆਂ ਕਰਨਾ ਹੈ। ਉਹਦੇ ਬਾਰੇ ਬਾਈਬਲ ਸਾਨੂੰ ਦੱਸਦੀ ਆ, ਪ੍ਰਕਾਸ਼ ਦੀ ਪੋਥੀ ਉਹਦਾ 20ਵਾਂ ਚੈਪਟਰ, ਉਹਦੀ 12 ਤੋਂ 15 ਤੱਕ ਆਪਾਂ ਪੜਾਂਗੇ। ਸਾਰਾ ਚੈਪਟਰ ਪੜ੍ਹਨਾ ਚਾਹੀਦਾ, ਫਿਰ ਆਪਣੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਹੈਗਾ, ਪਰ ਇੱਥੋਂ ਆਪਾਂ 3-4 ਆਇਤਾਂ ਪੜ੍ਹਦੇ ਕੀ ਕਰਨ ਦੀ ਜ਼ਰੂਰਤ ਆ ਬਈ ਅਸੀਂ ਉਸ ਜੱਜਮੈਂਟ ਦੇ ਵਿੱਚੋਂ ਬਚ ਜਾਈਏ। Revelation chapter 20 verse from 12 to 15 ਪਵਿੱਤਰ ਬਾਈਬਲ ਇਸ ਤਰ੍ਹਾਂ ਦੱਸਦਾ ਆ, ਅਤੇ ਮੈਂ ਮੁਰਦਿਆਂ ਨੂੰ ਕੀ ਵੱਡੇ ਕੀ ਛੋਟੇ ਸਿੰਘਾਸਣ ਦੇ ਅੱਗੇ ਖਲੋਤਿਆਂ ਵੇਖਿਆ,
ਅਤੇ ਪੋਥੀਆਂ ਖੋਲੀਆਂ ਗਈਆਂ ਅਤੇ ਇੱਕ ਹੋਰ ਪੋਥੀ ਜਿਹੜੀ ਜੀਵਨ ਦੀ ਪੋਥੀ ਹੈ ਖੋਲੀ ਗਈ। ਪੋਥੀਆਂ ਵਿੱਚ ਲਿਖਿਆ ਹੋਇਆ ਗੱਲਾਂ ਤੋਂ ਉਹਨਾਂ ਦੀਆਂ ਕਰਨੀਆਂ ਦੇ ਅਨੁਸਾਰ ਕੀਤਾ ਗਿਆ ਅਤੇ ਸਮੁੰਦਰ ਨੇ ਉਹ ਮੁਰਦੇ ਜਿਹੜੇ ਉਹਦੇ ਵਿੱਚ ਸਨ ਮੋੜ ਦਿੱਤੇ ਅਤੇ ਕਾਲ ਅਤੇ ਪਤਾਲ ਨੇ ਉਹ ਮੁਰਦੇ ਜਿਹੜੇ ਉਹਨਾਂ ਵਿੱਚ ਸਨ ਮੋੜ ਦਿੱਤੇ ਅਤੇ ਹਰੇਕ ਦਾ ਨਿਆਂ ਉਹਦੀਆਂ ਦੇ ਕਰਨੀਆਂ ਅਨੁਸਾਰ ਕੀਤਾ ਗਿਆ। ਤਾਂ ਕਾਲ ਅਤੇ ਪਤਾਲ ਇਹ ਦੂਈ ਮੌਤ ਹੈ ਅਰਥਾਤ ਅੱਗ ਦੀ ਝੀਲ। ਅਤੇ ਜੇ ਕੋਈ ਜੀਵਨ ਦੀ ਪੋਥੀ ਵਿੱਚ ਲਿਖਿਆ ਹੋਇਆ ਨਾਂ ਲੱਭਾ ਤਾਂ ਉਹ ਅੱਗ ਦੀ ਝੀਲ ਵਿੱਚ ਸੁੱਟਿਆ ਜਾਏਗਾ। ਆਮੀਨ। ਪ੍ਰਾਈਜ਼ ਦੀ ਲਾਰਡ। ਇੱਥੇ ਆਪਾਂ ਨੂੰ ਬਹੁਤ ਸਾਫ਼ ਦੱਸਿਆ ਜਿਹੜਾ ਯਹੂਨਾ ਸੀਗਾ ਉਹਨੂੰ ਪਰਮੇਸ਼ਰ ਨੇ ਦਿਖਾਇਆ ਗਾਹਾਂ ਕੀ ਚੀਜ਼ਾਂ ਹੋਣ ਵਾਲੀਆਂ। ਜਿਹੜੀ ਪ੍ਰਕਾਸ਼ ਦੀ ਪੋਥੀ ਆ ਜਿਹੜੀ ਆਪ ਜਿਹਦੇ ਚੋਂ ਹੁਣ ਪੜ੍ਹ ਕੇ ਆਏ ਆ ਉਹਨੂੰ ਸਾਰੀ ਇਹ ਪਰਮੇਸ਼ਰ ਨੇ ਸੀ ਆਹ ਚੀਜ਼ਾਂ ਹੋਣ ਵਾਲੀਆਂ 2000 ਸਾਲ ਪਹਿਲਾਂ ਉਹਨੂੰ ਦਿਖਾਈ ਸੀ ਜਿਹੜੀਆਂ ਅੱਜ ਕੱਲ੍ਹ ਚੀਜ਼ਾਂ ਹੋ ਰਹੀਆਂ ਜਿੱਦਾਂ ਲਿਖਿਆ ਇਹਦੇ ਵਿੱਚ ਅੱਜ ਕੱਲ੍ਹ ਹੋ ਰਹੀਆਂ ਪੂਰੀਆਂ ਹੋ ਰਹੀਆਂ। ਇੱਕ ਜਿਹੜੀ ਉਹ ਚੀਜ਼ ਦਿਖਾਈ ਸੀ ਇਹ ਸੀਗੀ ਵੀ ਜਿੰਨੇ ਵੀ ਉੱਥੇ ਜਦੋਂ ਜੱਜਮੈਂਟ ਹੁੰਦੀ ਹੈ ਨਿਆਂ ਹੁੰਦਾ ਆ ਤੇ ਉਹ ਸਾਰੇ ਤਿਆਰ ਕੀਤੇ ਜਾਂਦੇ ਨਰਕਾਂ ਵਿੱਚ ਸਿੱਟਣ ਨੂੰ ਤਿਆਰ ਆ। ਪਰ ਇੱਕ ਪੋਥੀ ਉਹਨਾਂ ਦੀਆਂ ਪੋਥੀਆਂ ਪਹਿਲਾਂ ਖੁੱਲੀਆਂ ਜਾਂਦੀਆਂ ਦੇਖਦੇ ਆ ਉਹਨੇ ਕੀ ਉਹ ਜਿਹਦਾ ਮੈਨੂੰ ਆਂਟੀ ਦੱਸਦੀ ਸੀਗੀ ਉਹ ਕਿਤਾਬਾਂ ਵਿੱਚ ਲਿਖਿਆ ਸਹੀ ਗੱਲ ਸੀਗੀ ਤੇ ਪਰ ਕੀ ਹੋਇਆ ਉਹ ਜਿਹੜੀ ਜਦੋਂ ਉਹ ਦੇਖ ਹਟੇ ਫਿਰ ਉਹ ਕਹਿੰਦੇ ਹੁਣ ਜੀਵਨ ਦੀ ਪੋਥੀ ਖੋਲੋ। ਜਦੋਂ ਉਹ ਜੀਵਨ ਦੀ ਪੋਥੀ ਖੋਲਦੇ ਆ ਉਹਦੇ ਵਿੱਚ ਲਿਖਿਆ ਸੀ ਦੇਖਦੇ ਆ ਨਾਂ ਉਹਦੇ ਵਿੱਚ ਸਾਡਾ ਹੈਗਾ ਕਿ ਨਹੀਂ। ਜਿਹਦਾ ਨਾਂ ਜੀਵਨ ਦੀ ਪੋਥੀ ਦੇ ਵਿੱਚ ਹੈ ਨਹੀਂ ਸੀ ਉਹ ਨਰਕਾਂ ਦੇ ਜਾਂਦੇ ਭੂਤਾਂ ਦੇ ਨਾਲ। ਸੱਚੀ ਇਹ ਚੀਜ਼ਾਂ ਹੋਣ ਵਾਲੀਆਂ ਇਹ ਚੀਜ਼ਾਂ ਆਉਣ ਵਾਲੀਆਂ ਸਾਨੂੰ ਅੱਜ ਵਾਰਨਿੰਗ ਮਿਲ ਰਹੀ ਆ। ਅਸੀਂ ਬਚ ਸਕਦੇ ਆ। ਅਸੀਂ ਆਪਣਾ ਨਾਂ ਇਸ ਪੋਥੀ ਦੇ ਵਿੱਚ ਲਿਖਾ ਸਕਦੇ ਆ। ਜੀਸਸ ਨੇ ਇਸ ਪੋਥੀ ਦੇ ਬਾਰੇ ਦੱਸਿਆ ਸੀਗਾ ਲੂਕਾ ਦੀ ਕਿਤਾਬ ਉਹਦਾ 10ਵਾਂ ਚੈਪਟਰ ਤੇ ਉਹਦੀ 20ਵੀਂ ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਆ ਪਰ ਕਿ ਰੂਹਾਂ ਤੁਹਾਡੇ ਵਸ ਵਿੱਚ ਹਨ ਪਰ ਇਸ ਤੋਂ ਆਨੰਦ ਹੋਵੋ ਭਾਈ ਤੁਹਾਡੇ ਨਾਮ ਸੁਰਗ ਦੇ ਵਿੱਚ ਲਿਖੇ ਹੋਏ ਹਨ। ਜਿਹੜੇ ਜੀਸਸ ਦੇ ਚੇਲੇ ਸੀ ਉਹ ਮੁੜ ਕੇ ਜੀਸਸ ਕੋਲ ਆਉਂਦੇ ਆ ਉਹ ਦੱਸਦੇ ਤੁਹਾਡੇ ਨਾਂ ਦੇ ਵਿੱਚ ਭੂਤ ਵੀ ਆਖੇ ਲੱਗਦੇ ਸੀ। ਜਦੋਂ ਉਹਨਾਂ ਕਹਿੰਦੇ ਯਿਸੂ ਮਸੀਹ ਅੱਜ ਨਿਕਲ ਜਾ ਤੇ ਉਹ ਨੱਠ ਜਾਂਦੇ ਸੀ। ਪਰ ਯਿਸੂ ਮਸੀਹ ਨੂੰ ਕਹਿੰਦਾ ਇਸ ਚੀਜ਼ 'ਚ ਖੁਸ਼ੀ ਨਾ ਮਨਾਓ ਬਈ ਉਹ ਰੂਹਾਂ ਭੂਤ ਆਤਮਾ ਇਸ ਚੀਜ਼ 'ਚ ਖੁਸ਼ੀ ਮਨਾਓ ਬਈ ਤੁਹਾਡਾ ਨਾਂ ਸਵਰਗਾਂ ਦੇ ਵਿੱਚ ਲਿਖਿਆ ਗਿਆ ਉਹ ਪੋਥੀ ਦੇ ਗਿਆ। ਅੱਜ ਸਵਾਲ ਆਪਾਂ ਪੁੱਛਦੇ ਹਾਂ ਤੁਹਾਡਾ ਨਾਂ ਉਸ ਪੋਥੀ ਵਿੱਚ ਲਿਖਿਆ ਗਿਆ ਕਿ ਨਹੀਂ। ਅੱਜ ਆਪਾਂ ਨੂੰ ਦੇਖਣਾ ਪੈਣਾ ਜੇ ਨਹੀਂ ਲਿਖਿਆ ਗਿਆ ਅਸੀਂ ਅੱਜ ਲਿਖਾ ਸਕਦੇ ਹਾਂ। ਜਿੰਗਲਿਸ਼ ਨਹੀਂ ਲਿਖਦਾ ਹੈਗਾ ਪਰਮੇਸ਼ਰ ਲਿਖਦਾ ਆ। ਜਦੋਂ ਅਸੀਂ ਯਿਸੂ ਮਸੀਹ ਨੂੰ ਪਾਉਂਦੇ ਹਾਂ ਯਿਸੂ ਮਸੀਹ ਦੀ ਪੋਥੀ ਸੱਦਿਆ ਜਾਂਦਾ ਆ। ਮੇਮਣੇ ਦੀ ਪੋਥੀ ਸੱਦਿਆ ਜਾਂਦਾ ਆ। ਉਹ ਯਿਸੂ ਮਸੀਹ ਦੀ ਕਿਤਾਬ ਹੈ ਜਿਹਦੇ ਵਿੱਚ ਇੱਕ ਦਿਨ ਜਦੋਂ ਸਾਡਾ ਨਿਆਂ ਹੋਣਾ ਆ ਅਸੀਂ ਸਾਰਿਆਂ ਨੇ ਪਾਪ ਕੀਤਾ ਆ ਸਾਡੀ ਸਜ਼ਾ ਸਾਡੇ ਵਾਸਤੇ ਮੌਤ ਹੋਣੀ ਆ। ਬਾਈਬਲ ਨੂੰ ਸਾਡੀ ਦੂਸਰੀ ਮੌਤ ਇੱਕ ਮੌਤ ਇੱਥੇ ਆਪਾਂ ਮਰ ਜਾਣਾ ਇੱਕ ਗਾਹਾਂ ਜਾ ਕੇ ਹੋ ਰਿਹਾ ਜਿੱਥੇ ਡਿਸਾਈਡ ਕੀਤਾ ਜਾਣਾ ਵੀ ਅਸੀਂ ਸਵਰਗਾਂ ਵਿੱਚ ਜਾਣਾ ਕਿ ਨਰਕਾਂ ਵਿੱਚ ਜਾਣਾ। ਉਹਦਾ ਡਿਸਾਈਡ ਇਹ ਹੋਣਾ ਆ ਜੇ ਸਾਡਾ ਨਾਂ ਪੋਥੀ ਵਿੱਚ ਨਹੀਂ ਲਿਖੇਗਾ ਮੇਮਣੇ ਦੀ ਪੋਥੀ ਵਿੱਚ ਨਹੀਂ ਲਿਖਿਆ ਗਿਆ ਹੈਗਾ ਤੇ ਜਾਣਾ ਹੈ। ਸਾਨੂੰ ਬਹੁਤ ਕਲੀਅਰਲੀ ਬਹੁਤ ਸਾਫ਼ ਤਰ੍ਹਾਂ ਸਾਨੂੰ ਬਾਈਬਲ ਦੱਸ ਰਹੀ ਆ ਸੱਚੀ ਅਸੀਂ ਸਾਰਿਆਂ ਨੇ ਪਾਪ ਕੀਤਾ ਆ। ਕੋਈ ਵੀ ਪਾਪ ਤੋਂ ਬਗੈਰ ਨਹੀਂ ਹੈਗਾ। ਬਾਈਬਲ ਦੀ ਇਸ ਤਰ੍ਹਾਂ ਰੋਮੀਓ ਦੀ ਕਿਤਾਬ ਉਹਦਾ 3 ਚੈਪਟਰ ਤੇ ਉਹਦੀ 12ਵੀਂ ਆਇਤ ਵਿੱਚ ਇਸ ਤਰ੍ਹਾਂ ਲਿਖਿਆ ਆ। ਹਾਂਜੀ ਉਹ ਸਭ ਕੁਰਾਹੇ ਪੈ ਗਏ ਉਹ ਸਾਰੇ ਦੇ ਸਾਰੇ ਨਿਕੰਮੇ ਹੋਏ ਸਨ ਕੋਈ ਭਲਾ ਕਰਨ ਵਾਲਾ ਨਹੀਂ ਇੱਕ ਵੀ ਨਹੀਂ। ਕੋਈ ਵੀ ਪਾਪਾਂ ਤੋਂ ਬਗੈਰ ਨਹੀਂ ਸਾਰਿਆਂ ਨੇ ਪਾਪ ਕੀਤੇ ਆ। ਸੋ ਜਿੰਨੇ ਵੀ ਅਸੀਂ ਮਾਜੀ ਕੰਮ ਕਰੀ ਚਲੀਏ ਪਰ
ਜਦੋਂ ਸਾਡਾ ਨਿਆਂ ਹੋਣਾ, ਇੱਕ ਪਾਪ ਨੇ ਸਾਨੂੰ ਨਰਕਾਂ ਨੂੰ ਲੈ ਜਾਣਾ। ਸੋ ਇੱਥੇ ਸਾਨੂੰ ਅੱਜ ਦੱਸਿਆ ਆ, ਅੱਜ ਪਾਪਾਂ ਦੀ ਮਾਫੀ ਹੈਗੀ ਆ, ਅੱਜ ਛੁਟਕਾਰਾ ਹੈਗਾ ਆ, ਅੱਜ ਅਸੀਂ ਇਸ ਪੋਥੀ ਦੇ ਵਿੱਚ ਨਾਂ ਲਿਖਾ ਸਕਦੇ ਹਾਂ। ਸਾਨੂੰ ਬਹੁਤ ਕਲੀਅਰਲੀ ਬਾਈਬਲ ਸਮਝਾ ਰਹੀ ਆ। ਜਦੋਂ ਆਪਾਂ ਪੜ੍ਹ ਕੇ ਹਟੇ ਹਾਂ ਰੈਵਲੇਸ਼ਨ ਦੀ ਪ੍ਰਕਾਸ਼ ਦੀ ਪੋਥੀ, ਤੇ ਉਹਦੇ 12ਵੀਂ ਆਇਤ ਦੇ ਵਿੱਚ ਲਿਖਿਆ ਆ, and another book was open, that is the book of life। ਇੱਕ ਹੋਰ ਕਿਤਾਬ ਖੁੱਲੀ ਗਈ ਜਿਹਨੂੰ ਜੀਵਨ ਦੀ ਪੋਥੀ ਸੱਦਾ ਜਾਂਦਾ ਹੈ। Amen. And the dead were judged out of the things which were written in the books according to their works। ਫਿਰ ਉੱਥੇ ਨਿਆਂ ਹੋਣਾ ਹੈ। ਜਦੋਂ ਅਸੀਂ ਨਿਆਂ ਹੋ ਗਏ ਤੇ ਸਾਨੂੰ ਪਰ ਜਿਨ੍ਹਾਂ ਦਾ ਨਾਮ 15ਵੀਂ ਵਰਸ ਦੇ ਵਿੱਚ ਲਿਖਿਆ ਹੈ, if anyone was not found, anyone, ਕੋਈ ਵੀ ਉਸ ਕਿਤਾਬ ਵਿੱਚ ਨਹੀਂ ਲੱਭਾ। ਪੜ੍ਹੇ ਤਾਂ 15ਵੀਂ ਆਇਤ ਫਿਰ ਜੀ ਪ੍ਰਕਾਸ਼ ਦੀ ਪੋਥੀ 20:15। And if anyone was not written in the book of life, he was cast into the lake of fire। ਜਿਨ੍ਹਾਂ ਦਾ ਨਾਮ ਉਹਦੀ ਪੋਥੀ ਦੇ ਵਿੱਚ ਨਹੀਂ ਲਿਖਿਆ ਗਿਆ ਸੀ, ਜੀਵਨ ਦੀ ਪੋਥੀ ਵਿੱਚ ਨਹੀਂ ਲਿਖਿਆ ਗਿਆ ਸੀ, ਬਾਲ ਦੀ ਅੱਗ ਦੇ ਵਿੱਚ ਸੱਟਿਆ ਗਿਆ। ਜਿੱਥੇ ਅਸੀਂ ਜੀਂਦੇ ਹਾਂ ਪਰ ਹਰ ਵਾਸਤੇ ਹਰ ਟਾਈਮ ਵਾਸਤੇ ਕੋਈ ਹੱਦ ਨਹੀਂ ਹੈਗਾ ਜਿੱਥੇ ਅਸੀਂ ਲੂਸਣਾ ਆ, ਨਾ ਮਰਨਾ ਨਾ ਸਾਡਾ ਜੀਵਨ ਮੁੱਕਣਾ, ਪਰ ਅਸੀਂ ਲੂਸੀ ਜਾਣਾ ਹੈ। ਅੱਜ ਸਾਨੂੰ ਪਰਮੇਸ਼ਰ ਉਤੋਂ ਛਡਾਉਣਾ ਚਾਹੁੰਦਾ ਆ। ਤੁਸੀਂ ਅੱਜ ਛੁੱਟ ਸਕਦੇ ਆ। ਹਾਂਜੀ ਪੜ੍ਹੇ 15ਵੀਂ ਆਇਤ 20:15। ਅਰਥਾਤ ਅਤੇ ਜੇ ਕੋਈ ਜੀਵਨ ਦੀ ਪੋਥੀ ਵਿੱਚ ਲਿਖਿਆ ਹੋਇਆ ਨਾ ਲੱਭਾ ਤਾਂ ਉਹ ਅੱਗ ਦੀ ਝੀਲ ਵਿੱਚ ਸੁੱਟਿਆ ਗਿਆ। ਆਮੇਨ। ਇੰਨਾ ਹੀ ਸਿੰਪਲ ਆ। ਸੋ ਅੱਜ ਅਸੀਂ ਤੁਹਾਡੇ ਮੂਹਰੇ ਰੱਖ ਦਿੱਤਾ ਆ, ਬਹੁਤ ਸਿੰਪਲ ਆ। ਅੱਜ ਤੁਸੀਂ ਜੀਵਨ ਪਾ ਸਕਦੇ ਆ। ਮੈਂ ਹੁਣ ਪ੍ਰਾਰਥਨਾ ਕਰਨ ਲੱਗਾ ਹਾਂ, ਜੇ ਤੁਸੀਂ ਸਦਾ ਦਾ ਜੀਵਨ ਪਾਉਣਾ ਚਾਹੁੰਦੇ ਹੋ, ਜੇ ਤੁਸੀਂ ਅੱਜ ਦੀ ਪੋਥੀ ਵਿੱਚ ਲਿਖਾਉਣਾ ਚਾਹੁੰਦੇ ਆ, ਅੱਜ ਮੇਰੇ ਨਾਲ ਪ੍ਰੇ ਕਰੋ। ਮੈਂ 1974 ਦੇ ਵਿੱਚ ਮਈ ਦੇ ਮਹੀਨੇ ਦੇ ਵਿੱਚ ਮੈਂ ਇਹ ਪ੍ਰਾਰਥਨਾ ਕੀਤੀ ਸੀ ਤੇ ਮੇਰਾ ਨਾਮ ਸਵਰਗਾਂ ਵਿੱਚ ਲਿਖਿਆ ਗਿਆ ਸੀ। ਉਦੋਂ ਦਾ ਹੀ ਲਿਖਿਆ ਆ। ਜਦੋਂ ਵੀ ਤੋਂ ਹੁਣ ਗਲਤੀ ਹੋ ਜਾਂਦੀ ਆ, ਮੈਂ ਉਹ ਤੋਂ ਮਾਫੀ ਮੰਗ ਲੈਣਾ ਤੇ ਯਿਸੂ ਮਸੀਹ ਦਾ ਖੂਨ ਮੈਨੂੰ ਸ਼ੁੱਧ ਕਰ ਦਿੰਦਾ। ਅੱਜ ਤੁਸੀਂ ਵੀ ਪਰਮੇਸ਼ਰ ਦੇ ਕੋਲ ਆ ਸਕਦੇ ਆ, ਉਹਦੇ ਬੇਟੇ ਬੇਟੀਆਂ ਬਣ ਸਕਦੇ ਆ। ਮੈਂ ਹੁਣ ਤੁਹਾਡੇ ਵਾਸਤੇ ਇਹ ਕਰੂੰਗਾ, ਜਿਹੜੇ ਮਿਰਕਲ ਚਾਹੁੰਦੇ ਆ, ਜਿਹੜੇ ਚਾਹੁੰਦੇ ਆ ਉਹਨਾਂ ਨੂੰ ਕਿਸੇ ਦੀ ਬਿਮਾਰੀ ਜਾਂ ਕੈਂਸਰ ਹੋਵੇ, ਜਿੱਦਾਂ ਯਿਸੂ ਮਸੀਹ ਠੀਕ ਕਰਦਾ ਸੀ, ਹੋ ਸਕਦਾ ਉਹ ਮੰਜੇ ਤੇ ਪਏ ਹੁਣ ਜਿੱਦਾਂ ਇਹ ਆਦਮੀ ਪਿਆ ਸੀ, ਜਾਂ ਹੋ ਸਕਦਾ ਤੁਹਾਨੂੰ ਭੂਤਾਂ ਨੇ ਘੇਰਿਆ ਆ ਤੇ ਅੱਜ ਤੁਹਾਨੂੰ ਛੁਟਕਾਰਾ ਮਿਲ ਜਾਊਗਾ। ਥੈਂਕ ਯੂ ਲੋਕ। ਆ ਜਾਓ ਪਹਿਲਾਂ ਆਪਾਂ ਉਹਨਾਂ ਵਾਸਤੇ ਪ੍ਰਾਰਥਨਾ ਕਰੀਏ ਜਿਹੜੇ ਯਿਸੂ ਮਸੀਹ ਨੂੰ ਪਾਉਣਾ ਚਾਹੁੰਦੇ ਆ। ਸਵਰਗ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਆ। ਅਸੀਂ ਬਹੁਤ ਤੁਹਾਡੇ ਧੰਨਵਾਦੀ ਆ। ਮੇਰੇ ਭੈਣ ਭਰਾਵਾਂ ਨੇ ਅੱਜ ਇਹ ਮੈਸੇਜ ਸੁਣਿਆ, ਸੁਨੇਹਾ ਸੁਣਿਆ ਜੋ ਤੁਸੀਂ ਕਿਹਾ ਸੀ ਸਾਰਿਆਂ ਨੂੰ ਸੁਣਾਇਓ, ਤੇ ਸਵਰਗ ਪਿਤਾ ਉਹਨਾਂ ਦੇ ਦਿਲ ਨੂੰ ਗੱਲ ਲੱਗੀ ਆ, ਤੇ ਸਵਰਗ ਪਿਤਾ ਉਹ ਅੱਜ ਤੁਹਾਡੇ ਕੋਲ ਸਾਹਮਣੇ ਖੜੇ ਆ। ਉਹ ਅੱਜ ਤੁਹਾਡੇ ਕੋਲ ਸਦਾ ਦਾ ਜੀਵਨ ਚਾਹੁੰਦੇ ਆ। ਉਹ ਚਾਹੁੰਦੇ ਉਹਨਾਂ ਦਾ ਨਾਂ ਉਸ ਜੀਵਨ ਦੀ ਪੋਥੀ ਦੇ ਵਿੱਚ ਲਿਖਿਆ ਜਾਵੇ। ਸਵਰਗ ਪਿਤਾ ਜਦੋਂ ਉਹ ਤੁਹਾਡੇ ਮੂਹਰੇ ਤੋਬਾ ਕਰਦੇ ਆ, ਆਪਣੇ ਪਾਪਾਂ ਦੀ ਮਾਫੀ ਮੰਗਦੇ ਆ, ਸਵਰਗ ਪਿਤਾ ਉਹਨਾਂ ਦਾ ਵੀ ਨਾਂ ਯਿਸੂ ਮਸੀਹ ਦੀ ਪੋਥੀ ਦੇ ਵਿੱਚ ਲਿਖ ਦਿਓ, ਕਰਕੇ ਯਿਸੂ ਮਸੀਹ ਦੇ ਕ੍ਰਾਸ ਦੇ ਉੱਤੇ ਉਹਨਾਂ ਦੇ ਪਾਪਾਂ ਦੀ ਕੀਮਤ ਦਿੱਤੀ। ਸਵਰਗ ਪਿਤਾ ਤੁਸੀਂ ਇਸ ਵੇਲੇ ਉਹਨਾਂ ਨੂੰ ਕਬੂਲ ਕਰ ਲਓ, ਉਹਨਾਂ ਨੂੰ ਆਪਣੇ ਬੇਟੇ ਬੇਟੀਆਂ ਬਣਾਓ। ਉਹਨਾਂ ਨੂੰ ਸਵਰਗ ਪਿਤਾ ਅੱਜ 8 ਨਵੰਬਰ ਨੂੰ 2021 ਦੇ ਵਿੱਚ ਉਹਨੇ ਆਪਣਾ ਨਾਂ ਸਵਰਗਾਂ ਦੀ ਪੋਥੀ ਦੇ ਵਿੱਚ ਲਿਖਾਤਾ ਹੈ। ਸਵਰਗ ਪਿਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਜਿੰਨੇ ਵੀ ਅੱਜ ਬੋਰਨ ਅਗੇਨ ਹੋ ਗਏ, ਜਿੰਨੇ ਨੇ ਵੀ ਦੂਸਰਾ ਜਨਮ ਪਾ ਲਿਆ, ਯਿਸੂ ਮਸੀਹ ਦੇ ਨਾਮ ਵਿੱਚ ਆਮੇਨ। ਹੁਣ ਆਪਾਂ ਪ੍ਰੇ ਕਰਾਂ। ਸਵਰਗ ਪਿਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਅਸੀਂ ਜਿੰਨੇ ਵੀ ਭੈਣ ਭਰਾ ਇਸ ਵੇਲੇ ਦੋਸ਼ ਆਤਮਾ ਨੇ ਫੜੇ ਹੋਏ ਆ, ਜਿੰਨੇ ਵੀ ਇਸ ਵੇਲੇ ਬੈੱਡ ਉੱਤੇ ਪਏ ਆ, ਜਿਨ੍ਹਾਂ ਨੂੰ ਵੀ ਕੈਂਸਰ ਜਾਂ ਹੋਰ ਕੋਈ ਬਿਮਾਰੀ ਲੱਗੀ ਜਿੱਥੇ ਡਾਕਟਰ ਕਹਿੰਦੇ ਕੋਈ ਇਲਾਜ ਹੈ ਨਹੀਂ, ਸਵਰਗ ਪਿਤਾ ਅਸੀਂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਉਹਨਾਂ ਤੇ ਕਿਰਪਾ ਕਰੋ। ਸਵਰਗ ਪਿਤਾ ਅੱਜ ਉਹਨਾਂ ਨੂੰ ਛੁਟਕਾਰਾ ਦਿਓ, ਕਰਕੇ ਬਾਈਬਲ ਦੇ ਵਿੱਚ ਲਿਖਿਆ ਆ ਯਿਸੂ ਮਸੀਹ ਬਦਲਦਾ ਨਹੀਂ ਹੈਗਾ, ਉਹ ਉਦਾਂ ਦਾ ਹੀ ਆ ਜਿੱਦਾਂ ਦਾ ਉਹ ਪਿੱਛੇ ਸੀਗਾ।
ਵਿੱਚ ਹੋਣਾ Yes. ਉਹ ਕਦੇ ਵੀ ਬਦਲਦਾ ਨਹੀਂ। ਜੋ ਅੱਗੇ ਮਿਰਕਲਸ ਕਰਦਾ ਸੀ ਅੱਜ ਵੀ ਉਹਨੇ ਮਿਰਕਲਸ ਕਰਨੇ Thank you, ਆ। Lord. ਸੋਰੀ ਖੁਦਾ ਜਿੰਨੇ ਨੇਚਰ ਰੱਖਦੇ ਆ Yes. ਬਾਈਬਲ ਵਿੱਚੋਂ ਅਸੀਂ ਪੜਿਆ ਉਹਨਾਂ ਦੀ ਨੇਚਰ ਦੇਖ ਕੇ ਜੀਸਸ ਨੇ ਉਹਨਾਂ ਨੂੰ ਠੀਕ ਕਰ ਦਿੱਤਾ। Amen. ਸੋਰੀ ਖੁਦਾ ਅਸੀਂ ਯਿਸੂ Amen. ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆ। ਜਿੰਨੇ ਵੀ ਅੱਜ ਨੇਚਰ ਕਰਦੇ ਆ ਉਹਨਾਂ ਦੀ ਨੇਚਰ ਦੇਖ ਕੇ ਉਹਨਾਂ ਨੂੰ ਸ਼ਿਫਾ ਕਰਦੇ ਨੇ, Amen. ਉਹਨਾਂ ਨੂੰ ਛੁਟਕਾਰਾ ਦੇ Yes. ਦਿਓ Hallelujah. ਯਿਸੂ ਮਸੀਹ ਦੇ ਨਾਮ ਵਿੱਚ। Hallelujah. Thank you, Amen. Lord. Amen. 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 ਕਹਿੰਦੇ ਆ ਇਹ ਮੀਟਿੰਗ ਦੇ ਬਾਰੇ ਦੱਸਣਗੇ ਸਾਡੇ। ਹਾਲੇਲੂਇਆ, ਥੈਂਕ ਯੂ ਲੋਰਡ। ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਬਹੁਤ ਧਿਆਨ ਦੇ ਨਾਲ ਇਸ ਪ੍ਰੋਗਰਾਮ ਨੂੰ ਦੇਖਿਆ ਆ ਤੇ ਤੁਸੀਂ ਬਲੀਵ ਕਰੋ, ਯਕੀਨ ਕਰੋ, ਜੋ ਤੁਹਾਨੂੰ ਦੱਸਿਆ ਗਿਆ ਆ ਉਹ ਤੁਹਾਡੇ ਲਈ ਹੋ ਜਾਏਗਾ। ਸੋ ਅਸੀਂ ਓਲਡ ਏਸ਼ੀਅਨ ਚਰਚ ਬਾਰੇ ਦੱਸਣਾ ਚਾਹੁੰਦੇ ਹਾਂ ਕਿ 3:30 ਵਜੇ ਐਤਵਾਰ ਨੂੰ